ਬਿਜ਼ਨਸ ਮਾਡਲਸ ਨੂੰ ਹੀ ਲੈ ਕੇ ਜਿਹੜੀ ਹਰਜੋਤ ਸਿੰਘ ਜੀ, ਰਮਨ ਜੀ, ਅਗਲੀ ਖਬਰ ਆ ਜਿਹੜੀ ਕਿ ਆਪਾਂ ਦੇਖਦੇ ਹਾਂ ਵੀ ਜਿਹੜੇ ਫਰੈਜ਼ਨੋ ਦੇ ਵਿੱਚੋਂ ਆਈ ਹੈ, ਜਿੱਥੇ ਕਿ ਇੱਕ ਪੰਜਾਬੀ ਟਰੱਕਿੰਗ ਕੰਪਨੀ ਦੇ ਉੱਤੇ ਵਰਕਰ ਕੰਪ ਪੇਰੋਲ ਫਰਾਡ ਦੀ ਜਿਹੜੀ ਸਕੀਮ ਆ ਉਸ ਦਾ ਜਿਹੜਾ ਉਹ ਪਰਦਾਫਾਸ਼ ਜਿਹੜਾ ਇਸ ਚੀਜ਼ ਦੇ ਵਿੱਚ ਹੋਇਆ ਆ। ਸੋ ਕੀ ਇਹ ਰਮਨ ਜੀ ਆਪਾਂ ਕਹਿ ਸਕਦੇ ਵੀ ਇਹ ਸਾਰੀਆਂ ਚੀਜ਼ਾਂ ਫਿਰ ਕਿਤੇ ਨਾ ਕਿਤੇ ਇਦਾਂ ਹੀ ਜਿਹੜੀਆਂ ਹੋ ਜਾਂਦੀਆਂ, ਇਹੀ ਬਿਜ਼ਨਸ ਮਾਡਲ ਨੂੰ ਕਰੈਕਟ ਕਰਨ ਦੀ ਇਹ ਜਿਹੜਾ ਪ੍ਰਪੋਜ਼ਡ ਰੂਲ ਆ ਉਹ ਸਾਰਾ ਚੀਜ਼ ਉਸ ਦੇ ਵਿੱਚ ਹੈਗਾ? ਡੈਫੀਨਿਟਲੀ ਰਾਜਕਰਨ, ਇਹ ਆਪਾਂ ਜਿੱਦਾਂ ਕਿ ਪਿਛਲੇ ਟਾਈਮ ਤੋਂ ਗੱਲ ਕਰਦੇ ਆ ਰਹੇ ਆ ਕਿ ਬਹੁਤ ਆਪਣੇ ਬਿਜ਼ਨਸ ਹੈਗੇ ਅੰਡਰ ਰਿਪੋਰਟਿੰਗ ਬਹੁਤ ਜ਼ਿਆਦਾ ਹੈਗੀ ਆ ਜੀ। ਸੋ ਜਿਹੜੀ ਅੰਡਰ ਰਿਪੋਰਟਿੰਗ ਹੈਗੀ ਆ ਉਹਦੇ ਵਿੱਚ ਉਹੀ ਪ੍ਰੋਬਲਮ ਹੈਗੀ ਆ ਕਿ ਤੁਸੀਂ ਪੂਰੀ ਵੇਜਸ ਰਿਪੋਰਟ ਨਹੀਂ ਕਰ ਰਹੇ ਹੈਗੇ ਜੀ। ਜਿਹੜੀ ਮਿਸ ਕਲਾਸੀਫਿਕੇਸ਼ਨ ਹੈਗੀ ਆ ਉਹ ਤਾਂ ਟੋਟਲ ਤੁਸੀਂ ਬਿਲਕੁਲ ਰਿਪੋਰਟ ਨਹੀਂ ਕਰ ਰਹੇ, ਪਰ ਜਿਹੜੀ ਅੰਡਰ ਰਿਪੋਰਟ, ਇਹ ਕੇਸ ਸਿਰਫ ਅੰਡਰ ਰਿਪੋਰਟਿੰਗ ਦਾ ਹੈਗਾ। ਜਿਹੜਾ ਆ ਤੁਸੀਂ ਗੱਲ ਕੀਤੀ ਹੈਗੀ ਆ, ਜਿਹੜਾ ਆਪਣਾ ਬਿਜ਼ਨਸ ਦਾ ਕੇਸ ਹੈਗਾ, ਇਹ ਅੰਡਰ ਰਿਪੋਰਟਿੰਗ ਦਾ ਹੈਗਾ। ਉਹਨਾਂ ਨੇ ਰਿਪੋਰਟਿੰਗ ਕੀਤੀ ਆ ਬਟ ਫੁੱਲ ਰਿਪੋਰਟਿੰਗ ਨਹੀਂ ਕੀਤੀ। ਉਹਨਾਂ ਨੇ ਆਲਮੋਸਟ 5 ਮਿਲੀਅਨ ਦੇ ਲਾਗੇ ਪੇਰੋਲ ਹੈਗਾ, ਪਰ 2.5 ਮਿਲੀਅਨ ਰਿਪੋਰਟ ਕੀਤਾ ਹੈਗਾ। ਪਰ ਜਿਹੜਾ ਆਪਾਂ ਗੱਲ ਕਰ ਰਹੇ ਹੈਗੇ ਆ, ਇਹ ਹੈਗੀ ਆ ਟੋਟਲੀ ਬਿਲਕੁਲ ਰਿਪੋਰਟ ਹੀ ਨਹੀਂ ਕਰਨਾ, ਸਾਰਾ ਹੀ ਜ਼ੀਰੋ ਆ। ਠੀਕ ਹੈ। ਸੋ ਇਹ ਹੋਰ ਕ੍ਰਿਟੀਕਲ ਹੈਗਾ, ਇਹ ਸਿਰਫ ਉਹਨਾਂ ਨਹੀਂ ਹੈਗਾ, ਇਟ ਇਜ਼ ਮੋਰ ਕ੍ਰਿਟੀਕਲ ਦੈਨ ਵਾਟ ਇਜ਼ ਅੰਡਰ ਰਿਪੋਰਟਿੰਗ ਰਾਈਟ ਨਾਓ ਜੀ। ਸੋ ਦੋਨੋਂ ਹੀ, ਸੋ ਅਲਟੀਮੇਟਲੀ ਕੀ ਆ, ਜਿਸ ਤਰ੍ਹਾਂ ਆਪਾਂ ਪਿਛਲੇ ਮਹੀਨਿਆਂ 'ਚ ਵੀ ਖਬਰ ਸਾਂਝੀ ਕਰਦੇ ਆ ਰਹੇ ਆ, IRS 'ਚ 80,000 EMPLOYE ਉਹਨਾਂ ਨੇ ਨਵੇਂ ਭਰਤੀ ਕਰਨੇ ਆ। ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਐਕਟਿਵ ਆ। ਸੋ ਜਿਸ ਤਰ੍ਹਾਂ ਇਹ ਕੰਪਨੀਆਂ, ਆਪਾਂ ਨਾਮ ਨਹੀਂ ਲੈਣੇ ਕਿਉਂਕਿ ਹਜੇ ਉਹਨਾਂ ਦੇ ਚਾਰਜਸ ਲਾਏ ਆ ਤੇ ਉਹ ਇੰਡਾਈਟ ਨਹੀਂ ਹੋਏ, ਤੇ ਫਿਰ ਉਸ ਟਾਈਮ ਤੇ ਆਪਾਂ ਦੱਸਾਂਗੇ। 3 ਜਣਿਆਂ ਤੇ ਹਸਬੈਂਡ ਵਾਈਫ ਤੇ ਉਹਨਾਂ ਦੀ ਨਾਲ ਬੇਟੀ ਸੀ, 4 ਫੈਲਨੀ ਕਾਊਂਟ ਲੱਗੇ ਆ ਵੀ $2.5 ਮਿਲੀਅਨ ਉਹਨਾਂ ਨੇ ਅੰਡਰ ਰਿਪੋਰਟਡ ਕੀਤਾ। 5 ਮਿਲੀਅਨ ਦੀ ਉਹਨਾਂ ਦੀ ਪੇਰੋਲ ਸੀ, ਰਿਪੋਰਟ ਕੀਤੀ ਸਿਰਫ 2.5 ਮਿਲੀਅਨ ਦੀ, ਤਾਂ ਕਿ ਜਿਹੜਾ ਆ ਪ੍ਰੀਮੀਅਮ ਵਰਕਰਸ ਕੰਪ ਇੰਸ਼ੋਰੈਂਸ ਦਾ ਉਹ ਨਾ ਦੇਣਾ ਪਵੇ, ਘੱਟ ਦੇਣਾ ਪਵੇ। ਸੋ ਇਹਦੇ ਵਿੱਚ ਡਿਪਾਰਟਮੈਂਟ ਆਫ ਇੰਸ਼ੋਰੈਂਸ ਜਿਹੜੀ ਲੋਕਲ ਆਪਣੇ ਫ੍ਰਿਜ਼ਨੋ ਦੀ ਹੈਗੀ ਆ ਟਾਸਕ ਫੋਰਸ ਵਰਕਰਸ ਕੰਪ ਦੀ, ਉਹ ਰਲ ਕੇ ਉਹਨਾਂ ਨੇ ਇਹ ਜਦੋਂ ਟਿਪ ਮਿਲੀ ਉਹਨਾਂ ਨੂੰ ਫਰਾਡ ਟਾਸਕ ਫੋਰਸ ਨੂੰ ਵੀ ਇੱਕ ਟਰੱਕਿੰਗ ਕੰਪਨੀ 'ਚ ਕੋਈ ਬੰਦਾ ਕੰਮ ਕਰਦਾ ਸੀ, ਉਸਨੇ ਦੱਸਿਆ ਉਹਦਾ ਜਿਹੜਾ ਵਰਕਰਸ ਕੰਪ ਦਾ ਕਲੇਮ ਆ ਉਹ ਡਿਨਾਈ ਹੋ ਗਿਆ ਸੀ, ਤੇ ਉਸਨੇ ਰਿਪੋਰਟ ਕਰਤਾ ਤੇ ਉਹ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ। ਸੋ ਇਹ ਠੀਕ ਆ ਵੀ ਇੱਕ ਕੰਪਨੀ ਵਾਲੇ ਫੜੇ ਗਏ ਆ। ਇਹ ਬਹੁਤ ਵੱਡੀ ਪ੍ਰੋਬਲਮ ਆ ਪੰਜਾਬੀਆਂ ਦੀ ਕੰਪਨੀ ਦੇ ਵਿੱਚ। ਮੇਰੀ ਕਈਆਂ ਨਾਲ ਕੱਲ ਵੀ ਗੱਲਬਾਤ ਹੋਈ ਹੈਗੀ ਆ, ਕਾਲਾਂ ਵੀ ਆਈਆਂ ਆਫਿਸ ਦੇ ਵਿੱਚ, ਤੇ ਪਰ ਉਹ ਕਹਿੰਦੇ ਵੀ ਇਹ ਬਹੁਤ ਵੱਡੀ ਪ੍ਰੋਬਲਮ ਆ। ਜਾਂ ਤਾਂ ਰਿਪੋਰਟ ਕਰਦੇ ਨਹੀਂ ਜਮਾਂ, ਜਿਸ ਤਰ੍ਹਾਂ ਆਪਾਂ ਦੇਖਦੇ ਹੀ ਆ, ਤੇ ਜਾਂ ਬਹੁਤ ਜ਼ਿਆਦਾ ਅੰਡਰ ਰਿਪੋਰਟਿੰਗ ਹੋ ਰਹੀ ਹੈਗੀ ਆ, ਤੇ ਉਹ ਫਿਰ ਉਹ ਦੇਖਦੇ ਵੀ ਆ ਵੀ ਕਿਸ ਤਰ੍ਹਾਂ ਬਿਜ਼ਨਸ ਵੱਧ ਰਹੇ ਹੈਗੇ ਆ। ਸੋ ਅਲਟੀਮੇਟਲੀ ਫਿਰ ਇਹੀ ਰੀਜ਼ਨ ਆ ਨਾ, ਆਪਣੇ ਬੰਦਿਆਂ ਦੇ ਬਿਜ਼ਨਸ ਵੱਧ ਰਹੇ। ਰਾਜਕਰਨ, ਐਕਚੁਅਲੀ ਇਹ ਜਿਹੜਾ ਕੇਸ ਹੈਗਾ, ਇਹ EMPLOYE ਰਿਪੋਰਟਿੰਗ ਦਾ ਹੈਗਾ। ਵਨ ਆਫ ਦਾ EMPLOYE ਰਿਪੋਰਟਡ, ਉਹ EMPLOYE ਨੂੰ ਉਹਦੇ ਵਰਕਰਸ ਕਾਉਂਟਸ ਬੈਨੀਫਿਟ ਜਿਹੜੇ ਆ ਉਹ ਡਿਨਾਈ ਕੀਤੇ ਗਏ ਸੀਗੇ। ਸੋ ਇਸ ਕਰਕੇ ਜਿਹੜਾ ਕੇਸ ਹੈ ਇਨਵੈਸਟੀਗੇਸ਼ਨ 'ਚ ਗਿਆ ਸੀਗਾ। ਸੋ ਅਸੀਂ ਬੜੇ ਚਿਰ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਕਿ ਜਿਹੜੇ EMPLOYERS ਹੈਗੇ ਆ, ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ, ਇਹਨੂੰ ਸਮਝ ਕੇ ਧਿਆਨ ਨਾਲ ਹੈਂਡਲ ਕਰੋ। ਜਦੋਂ ਤੁਸੀਂ ਧਿਆਨ ਨਾਲ ਹੈਂਡਲ ਨਹੀਂ ਕਰਦੇ ਤਾਂ ਇਹ ਪ੍ਰੋਬਲਮ ਜਿਹੜੀਆਂ ਹੁਣ ਪ੍ਰੋਬਲਮਸ ਆਈਆਂ ਖੜੀਆਂ ਹੋ ਸਕਦੀਆਂ। ਜੀ ਬਿਲਕੁਲ। ਸੋ ਅਲਟੀਮੇਟਲੀ ਜਿਹੜਾ ਨੁਕਸਾਨ ਆ ਉਹ EMPLOYE ਦਾ ਤੇ ਚਲੋ ਜਿਹੜਾ ਹੋ ਹੀ ਰਿਹਾ ਆ, ਉਹਦੇ ਨਾਲ ਉਹਨੂੰ ਉਹਦੇ ਬੈਨੀਫਿਟ ਡਿਨਾਈ ਹੋ ਰਹੇ ਆ। ਪਰ ਤੁਸੀਂ ਦੇਖੋ ਵੀ ਜਦੋਂ ਫੜ ਹੋ ਜਾਂਦਾ ਆ, ਹੁਣ ਇਕੱਲਾ ਇਹ ਇਸ ਸਾਲ ਦਾ ਉਹਨਾਂ ਦਾ 2.5 ਮਿਲੀਅਨ ਦਾ ਨਹੀਂ, ਉਹਨਾਂ ਨੇ ਪਿਛਲਿਆਂ ਦਾ ਪਤਾ ਨਹੀਂ ਕਿੰਨੇ ਚਿਰ ਦਾ ਦੇਖਣਾ। ਹੁਣ ਉਹਨਾਂ ਨੇ ਸਾਰਾ ਕੁਛ ਹੀ ਜਿਹੜਾ ਉਹ ਪੁਰਾਣਾ ਕੱਢ ਕੇ ਬਹਿ ਜਾਣਾ ਆ, ਤੇ ਫਿਰ ਆਪਾਂ ਨੂੰ ਪਤਾ ਹੈ ਵੀ ਉਸ ਤੋਂ ਬਾਅਦ ਦੇ ਵਿੱਚ ਕੀ ਬਣਦਾ ਆ। ਤੇ ਇਦਾਂ ਦਾ ਕੇਸ ਮੈਨੂੰ ਲੱਗਦਾ ਕਈ ਵਾਰੇ ਪਹਿਲਾਂ ਪੰਜਾਬੀ ਟਰੱਕਿੰਗ ਇੰਡਸਟਰੀ 'ਚ ਇੱਕ ਹੋਰ ਵੀ ਜਿਹੜਾ ਹੋਇਆ ਸੀ, ਜਦੋਂ ਉਹ ਫਿਰ ਜਿਹੜੇ ਮਾਲਕ ਸੀ ਉਹਨਾਂ ਨੂੰ ਵੀ ਮੈਨੂੰ ਲੱਗਦਾ ਸਜ਼ਾਵਾਂ ਵੀ ਜਿਹੜੀਆਂ ਉਹ ਹੋਈਆਂ ਸੀਗੀਆਂ। ਸੋ ਜੇ ਹੁਣ ਦੋਸ਼ ਜਿਹੜੇ ਲੱਗੇ ਇਹਨਾਂ ਦੇ ਉੱਤੇ ਜੇ ਉਹ ਸਾਬਤ ਹੋ ਜਾਂਦੇ ਆ ਹਰਜੋਤ ਜੀ, ਰਮਨ ਜੀ, ਤਾਂ ਇਹ ਫੈਲਨੀ ਚਾਰਜਸ ਨੇ। ਸੋ ਹੁਣ ਫੈਲਨੀ ਚਾਰਜਸ ਇਸ ਦੇ ਵਿੱਚ ਮਿਲੀਅਨਸ ਆਫ ਡਾਲਰ ਵਰਥ ਅੰਡਰ ਰਿਪੋਰਟਡ ਪੇਰੋਲ ਆ, ਤੇ ਲੇਬਰ ਕੋਰਟ ਜਿਹੜਾ ਡਿਪਾਰਟਮੈਂਟ ਆਫ ਲੇਬਰ ਹੈ, ਇਸ ਨੂੰ ਬਹੁਤ ਵੱਡਾ ਇੱਕ ਜੁਰਮ ਮੰਨਦਾ ਆ ਵੀ ਤੁਸੀਂ ਇੱਕ ਕਿਸੇ ਬੰਦੇ ਦਾ ਹੱਕ ਖੋਇਆ ਆ, ਵੀ ਉਹ ਤੋਂ ਕੰਮ ਵੀ ਕਰਾਇਆ ਆ ਤੇ ਉਹ ਤੋਂ ਹੱਕ ਉਹਦਾ ਖੋਹ ਲਿਆ ਆ, ਜਿੰਨਾ ਬਣਦਾ ਸੀ ਉਹਨੂੰ ਨਹੀਂ ਦਿੱਤਾ, ਜਾਂ ਜੋ ਵੀ ਆ। ਸਰ
ਸਰਕਾਰ ਨੂੰ ਇਹਦੇ ਵਿੱਚ ਇਹ ਆ ਵੀ ਇੱਕ ਤਾਂ ਇਹ ਨਾਲ ਆ ਤੇ ਨਾਲ ਆ ਵੀ ਭਾਈ ਜਿੰਨਾ ਤੁਸੀਂ ਅੰਡਰ ਰਿਪੋਰਟ ਕੀਤਾ ਪੇਰੋਲ ਉਹਨਾਂ ਟੈਕਸ ਘੱਟ ਦਿੱਤਾ ਤੁਸੀਂ, ਉਹ ਟੈਕਸ ਦੇ ਜਿਹੜੇ ਚਾਰजेस ਆ ਉਹ ਵੀ ਉਹਦੇ ਵਿੱਚ ਨਾਲ ਐਡ ਹੋ ਜਾਣੇ ਆ। ਸੋ 4 ਫੈਲਨੀ ਕਾਊਂਟ ਜਿਹੜੇ ਹਰਜੋਤ ਸਿੰਘ ਜੀ ਵਰਕਰ ਕੰਪਨਸੇਸ਼ਨ ਇੰਸ਼ੋਰੈਂਸ ਫਰਾਡ ਸਕੀਮ ਦੇ ਜਿਹੜੇ ਇਹਨਾਂ ਦੇ ਉੱਤੇ ਇਸ ਕੰਪਨੀ ਦੇ ਉੱਤੇ ਜਿਹੜੇ ਉਹ ਲੱਗੇ ਹੈਗੇ ਆ। ਸੋ ਇਹ ਡੈਫੀਨੇਟਲੀ ਇੱਕ ਵੱਡੀ ਜਿਹੜੀ ਸਮੱਸਿਆ ਜਿਹੜੀ ਇਹਨਾਂ ਨੂੰ ਝੱਲਣੀ ਜਿਹੜੀ ਉਹ ਪੈ ਸਕਦੀ ਬਿਲਕੁਲ ਹੈ। ਰਾਜਕਮਲ ਸਿੰਘ ਜੀ, ਇਹ ਮੈਂ ਉਦਾਹਰਨ ਬਹੁਤ ਵਾਰ ਪਹਿਲਾਂ ਵੀ ਦਿੱਤੀ ਆ, ਕਈ ਸਾਡੇ ਨਵੇਂ ਸਰੋਤੇ ਜੁੜਦੇ ਆ। ਸਾਡੇ ਬੇ ਏਰੀਏ 'ਚ ਹੀ ਇੱਕ ਇੰਡੀਅਨ ਰੈਸਟੋਰੈਂਟ ਸੀ ਤੇ ਉੱਥੇ ਇੱਕ ਉਹਨਾਂ ਦਾ ਜਿਹੜਾ EMPLOYEE ਸੀ ਉਹਦੇ ਸੱਟ ਲੱਗ ਗਈ, ਉਂਗਲੀ ਕੱਟ ਹੋ ਗਈ ਜਦੋਂ ਉਹ ਸਬਜ਼ੀ ਵਗੈਰਾ ਬਣਾਉਂਦਾ ਹੋਊਗਾ, ਤੇ ਉਹ ਹਸਪਤਾਲ ਚਲੇ ਗਿਆ। ਜਦੋਂ ਉਹਨੇ ਪੁੱਛਿਆ ਵੀ ਵਰਕਰਸ ਕੌਮ, ਉਹਨੇ ਕਿਹਾ ਮੇਰੇ ਕੰਮ ਤੇ ਲੱਗੀ, ਉਹਨੇ ਚੈੱਕ ਕੀਤਾ ਵਰਕਰਸ ਕੌਮ ਹੈ ਨਹੀਂ। ਮੁੜ ਕੇ ਵਰਕਰਸ ਕੌਮ ਲੇਬਰ ਡਿਪਾਰਟਮੈਂਟ ਉਹਨਾਂ ਦੀ ਰਿਪੋਰਟ ਚਲ ਗਿਆ, ਉਹਨਾਂ ਦਾ ਇੱਕ EMPLOYEE ਰੈਸਟੋਰੈਂਟ ਜਦੋਂ ਦੇਖਣ ਚਲ ਗਿਆ, ਕਿਉਂਕਿ ਗਵਰਨਮੈਂਟ ਦੇ EMPLOYEE ਆ, ਚਾਹੇ ਪੁਲਿਸ EMPLOYEE ਵੀ ਨਹੀਂ, ਉਹਨਾਂ ਦੇ ਕੋਲ ਬੈਚ ਹੁੰਦਾ ਪੁਲਿਸ ਵਰਗਾ। ਜਦੋਂ ਉਹਨਾਂ ਨੇ ਅੰਦਰ ਜਾ ਕੇ ਬੈਚ ਦਿਖਾ ਲਿਆ ਸਵੇਰੇ 10 ਵਜੇ, ਤੇ ਉੱਥੇ ਕੁਛ ਮੈਕਸੀਕਨ ਮੂਲ ਦੇ ਕੰਮ ਕਰਦੇ ਸੀ ਪਿੱਛੇ ਕਿਚਨ, ਤੇ ਉਹਨੇ ਸੋਚਿਆ ਵੀ ਇਮੀਗ੍ਰੇਸ਼ਨ ਆ ਗਈ, ਉਹ ਭੱਜ ਗਏ। ਤੇ ਉੱਥੋਂ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਇਹ ਤਾਂ ਕੋਈ ਸਮਥਿੰਗ ਰੋਂਗ ਆ, ਹਨਾ। ਤੇ ਉਹਨਾਂ ਨੇ ਹੋਰ EMPLOYEE ਸੱਦ ਕੇ ਤੇ 3 ਸਾਲਾਂ ਦਾ ਉਹਨੇ ਸਾਰਾ ਸੀਜ਼ ਕਰ ਲਿਆ ਰੈਕਡ। ਉਸ ਰੈਸਟੋਰੈਂਟ 'ਚ ਲਗਭਗ 128 ਦੇ ਕਰੀਬ EMPLOYEEਆਂ ਨੇ 3 ਸਾਲਾਂ 'ਚ, ਪਿਛਲੇ 3-4 ਸਾਲਾਂ 'ਚ ਕੰਮ ਕੀਤਾ ਸੀ। ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਜਦੋਂ ਸਰਵ ਕਰਦੇ ਕੋਈ ਸਟੂਡੈਂਟ ਆ, ਕੋਈ ਪਾਰਟ ਟਾਈਮ ਆ, ਕੋਈ ਕੁਛ ਏਦਾਂ, ਹਨਾ, ਚਲ ਜਾਂਦੇ ਆ ਜਾਂਦੇ ਆ। ਸੋ ਕੱਲੇ ਦਾ ਉਹਨੇ ਇੱਕ ਤਾਂ ਰਾਈਟ ਵੇ ਉਹਨਾਂ ਦਾ ਲੌਕ ਲਾਤਾ ਉਸੇ ਟਾਈਮ ਰੈਸਟੋਰੈਂਟ ਨੂੰ। ਫਿਰ ਕਹਿੰਦੇ ਜਦ ਤੱਕ ਵਰਕਰਸ ਕੌਮ ਸਟਾਰਟ ਨਹੀਂ ਹੁੰਦੀ ਤੁਸੀਂ ਖੋਲ ਨਹੀਂ ਸਕਦੇ। ਨਾਲ 128 ਬੰਦੇ ਜਿਹੜੇ ਉਹਨੇ ਰੱਖੇ ਸੀ ਕੰਮ ਤੇ, ਕਿਉਂਕਿ ਉਹਨੇ ਸਾਰਾ ਰੈਕਡ ਚੈੱਕ ਕਰ ਲਿਆ, ਤੇ $1,000 ਕੱਲੇ ਦਾ ਫਾਈਨ। ਮੁੜ ਕੇ ਫਿਰ ਉਹਨੂੰ ਵਕੀਲ ਕਰਨਾ ਪਿਆ ਖੋਲਣ। $3.5 ਲੱਖ ਦੇ ਕਰੀਬ ਉਹਨਾਂ ਨੂੰ ਇੱਕ ਥੋੜੀ ਜਿਹੀ ਮਿਸਟੇਕ ਤੋਂ ਲੱਗਾ। ਉਹਨਾਂ ਦਾ ਸਿਰਫ ਸਾਲ ਦਾ ਪ੍ਰੀਮੀਅਮ ਜਿਹੜਾ $4-5 ਹਜ਼ਾਰ ਸੀ। ਤੁਸੀਂ ਹੁਣ ਦੇਖ ਲਓ, ਕੁਛ ਕਿੰਨੇ ਕੁ ਬਚਾਉਣ ਦੀ ਖਾਤਰ ਫਿਰ ਤੁਸੀਂ ਇੱਕ ਹਿਸਾਬ ਦੇ ਨਾਲ ਕੰਪਨੀ ਆਪਣੀ ਬੰਦ ਕਰਾਉਣ ਨਾਲ ਨੂੰ ਤੁਰੇ ਆ। ਤੇ ਜਿੱਦਾਂ ਹਰਜੋਤ ਜੀ ਨੇ ਕਿਹਾ 80,000 ਨਵੇਂ EMPLOYEE IRS ਨੇ ਇਸ ਸੀਜ਼ਨ ਤੋਂ ਜਿਹੜੇ ਆ ਉਹ ਐਡ ਕਰਨੇ ਸ਼ੁਰੂ ਕਰਨੇ ਆ, ਤੇ ਉਹਨਾਂ ਨੇ ਸਾਰਿਆਂ ਦੇ ਉੱਤੇ ਜਿਹੜੀ ਉਹ ਰੱਖਣੀ ਆ। $2.5 ਮਿਲੀਅਨ ਕੋਈ ਛੋਟੀ ਅਮਾਊਂਟ ਨਹੀਂ ਹੁੰਦੀ ਵੀ ਅੰਡਰ ਰਿਪੋਰਟਡ $2.5 ਮਿਲੀਅਨ। ਕਈ ਵਾਰੀ ਕਹਿ ਦਿੰਦੇ ਨਾ ਵੀ ਨਹੀਂ ਜੀ ਇਹਨਾਂ ਨੇ ਤੁਹਾਡੀਆਂ ਕੰਪਨੀਆਂ ਦੇ ਦੁਆਲੇ ਜਿਹੜਾ ਹੋਣਾ ਆ, ਇਹਨਾਂ ਨੇ ਅਜੇ ਵੱਡੀਆਂ ਮੱਛੀਆਂ ਫੜਨ ਦੀ ਜਿਹੜੀ ਕੋਸ਼ਿਸ਼ ਇਸ ਚੀਜ਼ ਦੇ ਵਿੱਚ ਇਹਨਾਂ ਦੀ ਹੋ ਸਕਦੀ ਆ। ਸੋ ਇਹ ਸਮਾਂ ਆ ਵੀ ਇਹ ਸਬਕ ਹੀ ਹੁੰਦਾ ਆ ਵੀ ਇਸ ਨੂੰ ਸਮੇਂ ਸਿਰ ਜਿਹੜਾ ਉਹ ਸੰਭਲ ਲਿਆ ਜਿਹੜਾ ਉਹ ਜਾਵੇ। ਜੇ ਗਲਤੀ ਹੋ ਗਈ ਆ ਤੇ ਹੁਣ ਭਾਈ ਮਿਸਟੇਕ ਨੂੰ ਮੰਨ ਕੇ ਤੇ ਉਸ ਨੂੰ ਠੀਕ ਕਰਨ ਦੀ, ਸੁਧਾਰਨ ਵੱਲ ਨੂੰ ਜਿਹੜਾ ਆ ਉਹ ਆਪਾਂ ਵਧੀਏ। ਇਹ ਨਹੀਂ ਆ ਵੀ ਗਲਤੀ ਕੀਤੀ ਆ ਤੇ ਉਸ ਨੂੰ ਆਪਾਂ ਠੀਕ ਹੀ ਬਾਅਦ ਦੇ ਵਿੱਚ ਠਹਿਰਾਈ ਜਾਈਏ ਤੇ ਫਿਰ ਬਾਅਦ ਦੇ ਵਿੱਚ ਵੈਂਚਰ ਇਦਾਂ ਦਾ ਕੰਮ ਪੈਣਾ। ਜੀ ਰਮਨ ਜੀ। ਰਾਜਕਰਨ, ਇਹਦੇ ਵਿੱਚ ਇਸ਼ੂ ਇਹ ਹੈਗਾ ਆ ਇਸ ਵੇਲੇ ਕਿ ਇਹ ਚੀਜ਼ਾਂ ਹੋ ਚੁੱਕੀਆਂ ਆਲਰੇਡੀ। ਇਹਦੇ ਵਿੱਚ ਕੋਈ ਤੁਸੀਂ ਚੇਂਜ ਨਹੀਂ ਕਰ ਸਕਦੇ। ਹੁਣ ਇਹ ਚੀਜ਼ਾਂ ਆਪਾਂ ਬਹੁਤ ਬਾਰ-ਬਾਰ ਲੋਕਾਂ ਨੂੰ ਸਮਝਾਈਆਂ ਸੀਗੀਆਂ ਕਿ ਤੁਸੀਂ ਜਦੋਂ PPP ਦਾ ਜਿਹੜਾ ਪੇਰੋਲ ਪ੍ਰੋਟੈਕਸ਼ਨ ਹੈਗੀ ਆ ਉਹ ਤੁਸੀਂ ਲਈ ਹੈਗੀ ਆ, ਤੇ ਉਹਦੇ ਵਿੱਚ ਤੁਸੀਂ ਬਹੁਤ ਢੰਗ ਦੇ ਨਾਲ, ਤਰੀਕੇ ਦੇ ਨਾਲ ਸਾਰਾ ਰਿਪੋਰਟਿੰਗ ਕਰੋ। ਇਹ ਚੀਜ਼ਾਂ ਜਿਹੜੀਆਂ ਇਹ ਸੌਖੀਆਂ ਨਹੀਂ ਹੈਗੀਆਂ। PPP ਦੇ ਵਿੱਚ ਜਿਹੜੀ ਰਿਪੋਰਟਿੰਗ ਕੀਤੀ ਹੈ, ਜੇ ਉਹਦੇ ਅਕੋਰਡਿੰਗਲੀ ਰਿਪੋਰਟਿੰਗ ਬਾਕੀ ਸਾਲਾਂ ਦੇ ਵਿੱਚ ਨਹੀਂ ਹੋਈ ਤੇ ਉਹ ਕੁਐਸਚਨੇਬਲ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਬਾਰ-ਬਾਰ ਆਪਾਂ ਇਹ ਗੱਲਾਂ ਤੇ ਸਮਝਾਈਆਂ ਸੀਗੀਆਂ ਵੀ ਗੱਲਾਂ ਨਾ ਕਰੋ। ਆਪਣੇ ਕਮਿਊਨਿਟੀ ਦੇ ਵਿੱਚ ਇਹ ਚੀਜ਼ਾਂ ਬਹੁਤ ਹਾਈ ਐਂਡ ਤੇ ਹੈਗੀਆਂ ਇਸ ਵੇਲੇ। ਔਰ ਇਸ ਵੇਲੇ ਅਸੀਂ ਤਾਂ ਇਹੋ ਕਹਿੰਦੇ ਆ ਵੀ ਰੱਬ ਨਾ ਕਰੇ ਕਿ ਤੁਹਾਡਾ ਕੋਈ ਏਦਾਂ ਦਾ ਕੋਈ ਸਿਚੁਏਸ਼ਨ ਪੈਦਾ ਹੋਵੇ। ਪਰ ਜੇ ਏਦਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਆ ਤਾਂ ਡੈਫੀਨੇਟਲੀ ਇਟਸ ਅ ਵੈਰੀ ਅਗਰੈਸਿਵ ਹੈਗੀ ਆ। ਔਰ ਇੱਕ ਚੀਜ਼ ਤੁਹਾਨੂੰ ਦੱਸਦਾ ਕਿ ਜਿਹੜਾ ਪੇਰੋਲ ਟੈਕਸ ਹੈਗਾ ਆ, ਇਹ ਕਿਸੇ ਵੀ ਬੈਂਕਰਪਸੀ ਦੇ ਵਿੱਚ ਇਹ ਮਾਫ ਨਹੀਂ ਹੁੰਦਾ। ਬਿਲਕੁਲ ਸਾਰਿਆਂ ਨੂੰ ਵੱਡੀ ਗੱਲ, ਕਿਉਂਕਿ ਕਿਸੇ ਵੀ ਤੁਸੀਂ ਚਾਹੇ ਚੈਪਟਰ 7 ਬੈਂਕਰਪਸੀ ਕਰ ਲਓ, ਇਹ ਕਿਸੇ ਵੀ ਬੈਂਕਰਪਸੀ ਵਿੱਚ ਤੁਹਾਡਾ ਜਿਹੜਾ ਪੇਰੋਲ ਟੈਕਸ ਆ ਇਹ ਮਾਫ ਨਹੀਂ ਹੁੰਦਾ। ਤੁਹਾਨੂੰ ਪੇ ਕਰਨਾ ਹੀ ਪੈਣਾ ਆ, ਨੋ ਮੈਟਰ ਵਾਟ। ਸੋ ਬਿਲਕੁਲ। ਹੁਣ ਦੇ ਤੁਸੀਂ ਕੱਲ ਦੀ ਕੋਈ ਵੀ ਫਿਰ ਸਾਨੂੰ ਵੀ ਕਈ ਕਹੋਗੇ ਵੀ ਤੁਸੀਂ ਜੀ ਆਪਣੇ ਪੰਜਾਬੀਆਂ ਦੀ ਖਬਰ ਸਾਂਝੀ ਕਰਦੇ ਆ। ਕੁਛ ਵੀ ਤੁਸੀਂ ਗੂਗਲ ਤੇ ਸਰਚ ਕਰ ਲਓ, ਫਰਿਜ਼ਨੋ ਦੀ ਟਰੱਕਿੰਗ ਕੰਪਨੀ ਨੂੰ ਪੇਰੋਲ ਜਿਹੜਾ ਇਸ ਸਕੀਮ ਦੇ ਅੰਡਰ ਉਹਦੇ ਚ ਚਾਰਜ ਕੀਤਾ ਗਿਆ। ਸੋ ਹੁਣ ਸਾਰੇ ਹੀ ਆ ਆਲ ਓਵਰ।
ਮੇਜਰ ਜਿਹੜੀਆਂ ਏਜੰਸੀਜ਼ ਹੈਗੀਆਂ, ਮੇਜਰ ਜਿਹੜੀਆਂ ਨਿਊਜ਼ਪੇਪਰ ਹੈਗੇ, ਮੇਜਰ ਮੈਗਜ਼ੀਨਸ ਹੈਗੇ, ਸਾਰਿਆਂ ਨੇ ਕਵਰ ਕੀਤਾ। ਸੋ ਇਹਦੇ ਵਿੱਚ ਕੋਈ ਲੁਕਾਉਣ ਵਾਲੀ ਗੱਲ ਨਹੀਂ ਹੈਗੀ। ਆਪਾਂ ਤਾਂ ਦੇਖੋ, ਆਪਾਂ ਨੂੰ ਹਮੇਸ਼ਾ ਇਹ ਕਿਹਾ ਜਾਂਦਾ, ਆਪਾਂ ਨੂੰ ਹਮੇਸ਼ਾ ਇਹ ਲੇਬਲ ਲਾਇਆ ਜਾਂਦਾ ਕਿ ਅਸੀਂ ਲੋਕਾਂ ਨੂੰ ਡਰਾਉਣੇ ਆ, ਅਸੀਂ ਲੋਕਾਂ ਨੂੰ ਸਕੇਅਰ ਕਰਦੇ, ਪਰ ਅਸੀਂ ਸਕੇਅਰ ਨਹੀਂ ਕਰਦੇ, ਅਸੀਂ ਅਹੈਡ ਆਫ ਟਾਈਮ ਲੋਕਾਂ ਨੂੰ ਅਵੇਅਰ ਕਰਦੇ ਆ ਵੀ ਇਹ ਚੀਜ਼ਾਂ ਨਾ ਕਰੋ, ਠੀਕ ਹੈ ਨਾ। ਪਰ ਜੇ ਹੁਣ ਲੋਕੀ ਫਿਰ ਵੀ ਇਹ ਚੀਜ਼ਾਂ ਕਰਦੇ ਹੈਗੇ ਆ, ਤੇ ਦੈਨ ਦਿਸ ਇਜ਼ ਵਾਟ ਦਾ ਕਨਸੀਕੁਐਂਸ ਇਜ਼। ਹਾਂ, ਇਹ ਨਤੀਜੇ ਫਿਰ ਭੁਗਤਣ ਦੇ ਵੀ ਤਿਆਰ ਲੋਕ। ਕਈ ਵਾਰੀ ਬੰਦਾ ਨਾ ਜਿਹੜਾ ਦੂਸਰਾ ਹੁੰਦਾ ਕਹਿੰਦਾ ਯਾਰ ਉਹ ਦੇਖ ਉਹਨੇ ਏਦਾਂ ਕਰ ਲਿਆ, ਉਹਨੇ ਆਹ ਕਰ ਲਿਆ, ਉਹ ਏਦਾਂ ਕਰਤਾ, ਪਰ ਇਵੈਂਚੁਅਲੀ ਲਾਅ ਕੈਚਿਸ ਅਪ ਟੂ ਯੂ। ਇਹ ਚੀਜ਼ ਇੱਥੇ ਹੈਗੀ ਹੈ, ਪਰ ਦੇਰੀ ਨਾ ਭਾਵੇਂ ਹੋਵੇ, ਹੋ ਜਾਂਦਾ ਭਾਈ। ਜਿਹੜੇ ਠੀਕ ਚੱਲਦੇ ਆ ਤੁਸੀਂ ਠੀਕ ਹੀ ਚੱਲੋ, ਇਹ ਨਾਲ ਦੇਖ ਕੇ ਤੁਸੀਂ ਆਪਣਾ ਝੁੱਗਾ ਚੌੜਨਾ ਕਰਾਉਣ ਜਿਹੜਾ ਉਹ ਬਹਿ ਜਿਓ। ਬੰਦੇ ਨੂੰ ਉਸ ਟਾਈਮ ਦੇ ਉੱਤੇ ਜ਼ਰੂਰ ਲੱਗਦਾ ਆ ਵੀ ਅਸੀਂ ਆਪਣਾ ਕੰਮ ਖਰਾਬ ਕਰਾਉਂਦੇ ਆ, ਆਪਣਾ ਰਿਕਾਰਡ ਖਰਾਬ ਕਰਾਉਂਦੇ ਆ, ਵੀ ਇਦਾਂ ਨਾ ਜਿਹੜਾ ਹੋਵੇ, ਪਰ ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਨਾਲੇ ਭਾਈ ਸੁਖੀ ਰਹੋਗੇ, ਇਦਾਂ ਦੇ ਫਿਕਰ ਤਾਂ ਨਹੀਂ ਹੈ ਨਾ। ਹੁਣ ਜਿਹੜੇ ਕਰਦੇ ਉਹਨਾਂ ਨੂੰ ਸਾਰੀ ਰਾਤ ਇਹੀ ਸੋਚ ਹੋਣਾ ਵੀ ਕੱਲ ਨਾ ਰੇਟ ਪੈ ਜੇ, ਕੱਲ ਨਾ ਇਹ ਹੋ ਜੇ, ਉਹ ਇਹ ਚੀਜ਼ ਜਿਹੜੀ ਉਹ ਨਾ ਹੋ ਜੇ। ਸੋ ਤੁਸੀਂ ਠੀਕ ਚੱਲੋ, ਦੈਟਸ ਓਕੇ। ਮਿਹਨਤ ਦੀ ਕਮਾਈ ਹੈ, ਚਾਹੇ ਥੋੜੀ ਆ, ਪਰ ਉਹ ਵਧੀਆ ਆ। ਇਹ ਚੀਜ਼ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ।